1 किलो गुड़, ठीक है, 1 मुठ नमक, ठीक है, 1 पा मेथरे ते अद्धा किलो चने। ਜਿਹੜੀ ਮਹੀਂ ਦੇ ਥੱਲੇ 1 ਗਲਾਸ ਦੁੱਧ ਹੈ ਨਾ, 8 ਦਿਨਾਂ ਦੇ ਬਾਅਦ ਉਹ 10 ਕਿਲੋ ਵੀ ਦੇ ਸਕਦੀ ਹੈ, 12 ਕਿਲੋ ਵੀ ਦੇ ਸਕਦੀ ਹੈ। ਕੀ ਬਾਤ ਹੈ, ਕੀ ਬਾਤ। ਅਸੂ ਹੋਵੇ ਕੱਤੇ ਹੋਵੇ, ਅੱਧੀ ਕੌੜੀ ਖਾਲ ਤੇ ਅੱਧੀ ਮਿੱਠੀ ਖਾਲ, ਉਂਝ ਕੌੜੀ ਹੁਣ ਮਿੱਠੀ ਖਾਲ ਕਿਸੇ ਵੀ ਭਾਰੇ ਪਾਣੀ ਕੋ ਨਾ ਹੈ। ਇਹਦੇ ਚ ਦੁੱਧ ਨਹੀਂ, ਇਹਦੇ ਨਾਲੋਂ ਕਣਕ ਮੁੱਲ ਲੈ ਲੈ, ਘਰੋਂ ਪਾ ਲੈ, ਉਹ ਚੰਗੀ। ਲੋਕਾਂ ਦੇ ਡੰਗਰ ਦੁੱਧ ਨਹੀਂ ਵਧਾਉਂਦੇ, ਤਾਕਤਵਰ ਹੁੰਦੇ ਨੇ, ਦੁੱਧ ਨਹੀਂ ਵਧਾਉਂਦੇ। ਦੁੱਧ ਨੂੰ ਵਧਾਉਣ ਦਾ ਤਰੀਕਾ, ਦੁੱਧ ਵਧਾਉਣ ਦਾ ਤਰੀਕਾ ਕੋਈ ਐਸਾ ਦੱਸੋ ਕਿ ਜਿਹੜਾ ਡੰਗਰ ਕੋ ਜੋ ਕੁਛ ਹੈ ਉਹ ਦੇ ਛੜੇ। ਦੁੱਧ ਵਧਾਉਣ ਦਾ ਤਰੀਕਾ ਕਾਰ ਇਹ ਵੀ ਬੜਾ ਇੱਕ ਆਸਾਨ ਹੈ। ਠੀਕ ਹੈ, ਦੱਸੋ। ਇਹ ਹੁਣ ਸਿਆਲ ਹੈ, ਮੱਝ ਸੂ ਪਈ ਹੈ, ਸਰਦੀ ਵੀ ਹੈ, ਮੱਝ ਦੁੱਧੋਂ ਨਹੀਂ ਟੁਰਦੀ ਪਈ, ਉਹਨੂੰ ਅੱਲਾ ਦੇ ਹੁਕਮ ਨਾਲ 1/2 ਕਿਲੋ ਚਣੇ ਤੇ 1 ਕਿਲੋ ਮੇਥਰੇ ਹੋਣ ਲਏ ਨੇ, ਉਹਨਾਂ ਵਿੱਚ ਪਾ ਮੇਥਰੇ, ਯਾਨੀ ਕਿਲੋ ਦੇ 4 ਡੰਗ ਕਰ ਲੈਣੇ ਨੇ। ਜੇ ਚੰਗੀ ਭਾਰੀ ਵੱਡੀ ਮਹੀਂ ਹੈ 1/2 ਕਿਲੋ ਹੀ ਪਾ ਲਓ, ਕਿਲੋ ਗੁੜ ਪਾ ਲਓ। ਉਹ ਦਾਦੜ ਕਰਕੇ ਚਣੇ ਜਿਹੜੇ ਨੇ ਉਹਨਾਂ ਨੂੰ ਗਰਮ ਕਰੋ, ਗਰਮ ਕਰਕੇ ਤੇ ਉਹਨਾਂ ਦਾ ਯਾਨੀ ਦਾਣਾ ਬਣਾਣਾ, ਘਰੇ ਦੇ ਤਰ੍ਹਾਂ ਮੋਟਾ ਕਰਾ। ਅੱਛਾ, ਵਿੱਚ ਹੀ ਉਹ ਕਰਾ ਪਾ ਲੈਣਾ, ਵਿੱਚ ਹੀ ਉਹ 1/2 ਕਿਲੋ ਮੇਥਰੇ। ਜੇ ਪਰ ਵੱਡੀ ਮੈਂ ਤੇ ਜੇ ਪੂਰੀਆਂ ਮਈਆਂ ਪੂਰੀ ਸਰੀਰ ਦੀ ਉਹਨੂੰ ਪਾ ਹੀ ਬੜੇ ਨੇ। ਠੀਕ ਹੈ, ਉਹਨਾਂ ਨੂੰ ਵੀ ਵਿੱਚ ਪਾ ਲੈਣਾ। ਵਿੱਚ 1 ਮੁੱਠ ਨਿਮਕ ਦੀ ਪਾ ਲੈਣੀ ਹੈ। ਹੁਣ ਤੇ ਆਇਓ ਡੀ ਨਹੀਂ ਬਹੁਤਾ ਚੱਲਦਾ, ਜਾਂ ਐਸਰਾ ਵਗੈਰਾ ਲੂਣ ਢੇਲੀ ਦਾ ਲਿਆ ਕੇ ਘਰ ਮਾਲ ਵਾਸਤੇ ਰੱਖਣਾ ਚਾਹੀਦਾ, ਜਿਹੜਾ ਕਦੇ ਬੁੱਢੀਆਂ ਨਹੀਂ ਕਣਕ ਰੰਗਾ ਕੁੱਟ ਕੇ ਖਾਣ ਵਾਲਾ, ਕੈਂਕਰੀਆਂ ਕੁਕਰੀਆਂ ਮਿਲਾਵਟਾਂ ਦੜੇ ਫੜੇ ਵਾਲਾ ਨਹੀਂ ਹੈ। 1 ਮੁੱਠ ਵਿੱਚ ਉਹ ਪਾ ਲੈਣਾ, 1 ਕਿਲੋ ਗੁੜ ਪਾ ਕੇ ਉਹਨੂੰ ਅੱਗ ਤੇ ਧਰ ਦੇਣਾ, ਪਾਣੀ ਪਾ ਕੇ ਭਰ ਕੇ ਪਤੀਲਾ, ਬਰਤਨ ਭਰ ਕੇ ਉਹਨੂੰ ਧਰ ਦੇਣਾ ਅੱਗ ਤੇ। ਸਾਰੀ ਜਿਹੜੀ ਜਿਹੜਾ ਪੁਰਾਣੀਆਂ ਬੁੱਢੀਆਂ ਉਹਨੂੰ ਦੁੱਧ ਨੂੰ ਕਾੜਦੀਆਂ ਸਣੇ ਰਿੜਕਣ ਵਾਲੇ ਨੂੰ, ਪੱਕਦੇ ਰਹਿਣ, ਗਲਦੇ ਰਹਿਣ, ਉਹ ਪਾਣੀ ਪੀਂਦੇ ਰਹਿਣ, ਉਹ ਬੜਾ ਸਾਰਾ ਪਤੀਲਾ ਇਹਨਾਂ ਨਾਲ ਹੀ ਭਰ ਕੱਤਣਾ। 1 ਕਿਲੋ ਗੁੜ, ਠੀਕ ਹੈ, 1 ਮੁੱਠ ਨਮਕ, ਠੀਕ ਹੈ, 1 ਪਾ ਮੇਥਰੇ ਤੇ 1/2 ਕਿਲੋ ਚਣੇ। ਜਿਹੜੀ ਮਹੀਂ ਦੇ ਥੱਲੇ 1 ਗਲਾਸ ਦੁੱਧ ਹੈ ਨਾ, 8 ਦਿਨਾਂ ਦੇ ਬਾਅਦ ਉਹ 10 ਕਿਲੋ ਵੀ ਦੇ ਸਕਦੀ ਹੈ, 12 ਕਿਲੋ ਵੀ ਦੇ ਸਕਦੀ ਹੈ। ਕੀ ਬਾਤ ਹੈ, ਕੀ ਬਾਤ ਹੈ ਬਾਬਾ, ਇਸ ਨੁਕਸੇ ਨਾਲ ਜ਼ਿੰਦਾਬਾਦ। ਇਹ ਅਜ਼ਮਾਇਆ, ਅੱਟ ਵੀ ਸੁੱਟੇਗੀ। ਇਹ ਗਾਂ ਤੇ ਵੀ ਲੱਗ ਜਾਂਦਾ ਨੁਸਖਾ? ਗਾਂ ਦਾ ਤੇ ਮੱਝ ਦਾ ਇੱਕੋ ਹੀ ਨੁਕਸਾ ਹੈ, ਇੱਕ ਹੀ ਹੈ। ਗਰਮੀਆਂ ਸਰਦੀਆਂ ਦਾ ਤੇ ਗਰਮੀਆਂ ਦਾ ਤਾਂ ਸਿੱਧਾ ਹਿਸਾਬ ਹੈ। ਤੇ ਗਰਮੀਆਂ ਨੇ ਅਸੂ ਹੈ, ਵਿਸਾਖ ਜੇਠ ਹੈ, ਉਹਨੂੰ ਮੱਝ ਸੂ ਪਈ ਹੈ, ਗਾਂ ਸੂ ਪਈ ਹੈ, ਉਹਨੂੰ ਤੁਸੀਂ ਅੱਲਾ ਰਹਿਮ ਕਰਦੇ ਸੂ ਪਈ ਹੈ ਤੇ ਉਹਨੂੰ ਤੁਸੀਂ ਕਣਕ ਦਾ ਦਾਲਾ ਭੇਜ ਲਓ, ਉਹਦਾ 3 ਵਾਰੀ ਦਿਹਾੜੀ ਦਾ ਪਾਣੀ ਲਾ ਲਓ ਤੇ ਰੱਖ ਲਓ, ਕੋਲ ਕੌੜੀ ਖਾਲ ਪਿਓ ਲਓ, ਉਹਨਾਂ ਦੋਵਾਂ ਨੂੰ ਮਿਕਸ ਕਰਕੇ ਤੇ ਉਹਦੇ ਅੱਗੇ ਤੂੜੀ ਲਾ ਕੇ ਪਾ ਦੇ। ਜਿਹੜਾ ਆਂਦੇ ਨੇ ਜੀ ਮਹੀਂ ਨੂੰ ਕਿਤਾਬਾ ਪਾੜੀ ਤੇ ਮਹੀਂ ਦੁੱਧ ਹੀ ਨਹੀਂ ਦਿੰਦੀ, ਮੈਂ ਨੂੰ ਕਿਤਾਬਾ ਪਾਈਏ ਦੁੱਧ ਨਹੀਂ ਦਿੰਦੀ। ਅਸੂ ਹੋਵੇ ਕੱਤੇ ਹੋਵੇ, ਅੱਧੀ ਕੌੜੀ ਖਾਲ ਤੇ ਅੱਧੀ ਮਿੱਠੀ ਖਾਲ, ਉਂਝ ਕੌੜੀ ਹੁਣ ਮਿੱਠੀ ਖਾਲ ਕਿਸੇ ਵੀ ਭਾਰੇ ਪਾਣੀ ਕੋ ਨਾ ਹੈ। ਇਹਦੇ ਚ ਦੁੱਧ ਨਹੀਂ, ਇਹਦੇ ਨਾਲੋਂ ਕਣਕ ਮੁੱਲ ਲੈ ਲੈ, ਘਰੋਂ ਪਾ ਲੈ, ਉਹ ਚੰਗੀ ਖਾਲ। ਤੇ ਜਿਹੜੀ ਅੱਜ ਕੱਲ ਦੀ ਇਹ ਤੇ ਦੁੱਧ ਆਇਆ ਦਾ ਵੀ ਮੁਕਾਈ ਛੱਡਦੀ ਹੈ। ਦੁੱਧ ਦਾ ਮਾਲ ਦੀ ਸਿਹਤ ਵਾਸਤੇ, ਮਾਲ ਦੇ ਦੁੱਧ ਵਾਸਤੇ, ਮਾਲ ਦੇ ਫਾਇਦੇ ਵਾਸਤੇ ਹੁਣ ਪੋ ਹੈ। ਅਸੀਂ ਅਜ ਵੀ ਕੌੜੀ ਖਾਲ ਸਾਰੀ ਮਹੀਂ ਪੀ ਛੱਡਦੀ ਹੈ, ਅਸੀਂ ਅਜ ਵੀ ਪੀਂਦੀ ਹੈ। ਠੀਕ ਹੈ, ਦੁੱਧ ਲੈਣਾ ਤੇ ਕੌੜੀ ਖਾਲ ਨਹੀਂ ਦੇਣੀ। ਇੱਕ ਬੰਦਾ 1/2 ਕਿਲੋ 3 ਪਾ ਕਿਲੋ ਕੌੜੀ ਖਾਲ ਪਾ ਲੇ, ਇੱਕ ਬੰਦਾ ਕੋਲ 2 ਕਿਲੋ ਵਿੜੇਵੇਂ ਦੀ ਪਾ ਲੇ, ਭਾਵੇਂ ਬੜੀ ਠੰਡ ਹੈ, ਦੁੱਧ ਕੌੜੀ ਖਾਲੇ ਨੇ ਹੁਣ ਵੀ ਬਹੁਤਾ ਹੀ ਦੇਣਾ 2 ਕਿਲੋ। ਜਿੰਦਾਬਾਦ, ਬੜੀ ਗੱਲ ਹੈ, ਬੜੀ ਗੱਲ ਹੈ। ਵਾਹ ਬਾਬੇ, ਉਹ ਜ਼ਬਰਦਸਤ ਨਿਚੋੜ। ਤੇ ਜਿਹੜੇ ਕਈਆਂ ਦੇ ਨੇ ਸੁਣਦੇ ਹੀ ਜਨਾਬ ਦੁੱਧ ਨਹੀਂ ਦਿੰਦੀ ਵੀ ਯਾਰ, ਉਹਦਾ ਇਲਾਜ ਇਹੋ ਹੀ ਹੈ ਨਾ, ਉਹਨੂੰ ਜੇ ਗਰਮੀਆਂ ਨੇ ਤੇ ਉਹਨੂੰ ਨਿਰੇ ਚਣੇ ਜਿਹੜੇ ਨੇ ਨਾ ਵਿੱਚ ਮੇਥੇ ਥੋੜੇ ਪਾ ਕੇ ਤੇ ਇਹ ਰਿੰਨ ਕੇ ਤੇ ਉਹਨੂੰ ਸ਼ੁਰੂ ਕਰ ਦਿਓ, ਵਿੱਚ ਦੁੱਧ ਪਾਉਣਾ, ਉਹ ਤਫੀਕ ਹੈ। ਇੱਕ ਬੰਦਾ ਨਹੀਂ ਇੰਨਾ ਵਜ਼ਨ ਚੁੱਕਣ ਜੋਗਾ, ਉਹ 2 ਕਿਲੋ ਤੋਂ ਘੱਟ ਨਹੀਂ ਹੋਣਾ ਚਾਹੀਦਾ। ਠੀਕ ਹੈ, 3 ਹੋ ਜੇ 4 ਹੋ ਜੇ 5 ਤੱਕ ਰੁਪਏ ਦੀ ਹੱਕ ਬਣਦਾ। ਜੇ ਸਮਝਿਆ ਵੀ ਨਹੀਂ ਦੁੱਧ ਬਹੁਤਾ ਹੀ ਥੋੜਾ, ਡੰਗਰ ਛੋਟਾ ਹੋਲਾ, ਉਹ ਅੱਧੀ ਧੜੀ ਸਵੇਰੇ ਮੇਰਾ ਮਤਲਬ ਉਹ ਜਿਹੜਾ ਰਿੰਨ ਲੈਣਾ ਸੌਦਾ, ਅੱਧਾ ਉਹਨੂੰ ਸ਼ਾਮ ਨੂੰ, ਅੱਧੀ 2.5 ਕਿਲੋ ਦੁੱਧ ਪਾ ਕੇ ਪਾ ਛੜੋ ਤੇ 2.5 ਕਿਲੋ ਉਹਨੂੰ ਸ਼ਾਮ ਨੂੰ ਮੇਰਾ ਮਤਲਬ ਜਿਹੜਾ ਨਾ ਉਸੇ ਖੁਰਾਕ ਬਚੀ ਚੋ ਉਹਦੇ ਵਿੱਚ ਪਾ ਕੇ ਉਹਨੂੰ ਦੇ ਛੜੋ। ਜਿਹਨੂੰ 1 ਗਲਾਸ ਦੁੱਧ ਹੈ ਨਾ ਤੇ ਸ਼ਾਮੀ ਨੂੰ ਨੁਕਸਾਨ ਲਾਈਏ, ਸਵੇਰੇ 2 ਕਿਲੋ ਦੁੱਧ ਦਿੰਦੀ ਹੈ। ਇੰਨਾ ਡੰਗਰ ਜੰਪ ਮਾਰ ਜਾਂਦਾ ਰਾਤ ਨੂੰ। ਅੱਛਾ, ਇੱਕ ਸ਼ੈ ਪੁੱਛਣੀ ਹੈ,
ਕੁਝ ਜਾਨਵਰ ਲੋਕਾਂ ਦੇ ਸੁਣਦੇ ਨੇ, ਜਾਨਵਰ ਨਹੀਂ ਪਛਾਣਦੇ ਔਰ ਮਾਲਕ ਨੂੰ ਝੋਣ ਨਹੀਂ ਦਿੰਦੇ। ਸੁਣਦੀਆਂ ਸਾਰੀ ਗਾਈਆਂ ਕਰਦੀਆਂ ਨੇ ਅਕਸਰ। ਉਹਦਾ ਕੋਈ ਹੱਲ ਹੈ ਵੇ? ਉਹਦਾ ਹੱਲ ਹੈ ਕਿ ਉਹ ਕਈਆਂ ਡੰਗਰਾਂ ਨੂੰ ਜਾਂ ਕਈਆਂ ਨਸਲਾਂ ਨੂੰ ਇਹ ਅਲਾਮਤ ਹੁੰਦੀ ਹੈ ਕਿ ਉਹ ਕਈ ਤੇ ਪਹਿਲਣਾ ਔਲ ਕਰਦੀਆਂ ਨੇ, ਕੋਈ ਡੰਗ ਔਲ ਕਰਦੀਆਂ ਨੇ, ਚੋਣ ਲੱਗਿਆ ਉਹ ਸ਼ਰਮ ਕਰਦੀਆਂ ਨੇ। ਕੁਝ ਆਮ ਨਸਲਾਂ ਹੁੰਦੀਆਂ ਨੇ ਕਿ ਜਿਨ੍ਹਾਂ ਨੂੰ ਮੇਰਾ ਮਤਲਬ ਹੈ ਕਿ ਆਦਤ ਹੀ ਹੁੰਦੀ ਹੈ ਵੀ ਜੰਮ ਲੈਣਾ ਤੇ ਅੱਗੋਂ ਵਗਾ ਕੇ ਸੁੱਟ ਛੱਡਣਾ, ਅੱਗੋਂ ਨਹੀਂ ਨੇੜੇ ਆਉਣ ਦੇਣਾ। ਤੇ ਜੇ ਚੋਣਾ ਵੀ ਹੈ ਤੇ ਵੰਗੇ ਛੰਗੇ ਪਾ ਕੇ ਤੇ ਜਨਸਾਂ ਦੇ ਮਸਰ ਵੀ ਗੱਲ ਹੈ। ਬਾਕੀ ਜਿਹੜੀ ਮੱਝ ਜਾਂ ਗਾਂ ਜਾ ਨਾ ਮੱਝ ਲਵੇ, ਉਹਦਾ ਇਲਾਜ ਜਿਹੜੇ ਸੁੱਕੇ ਆਮਲੇ ਨੇ ਨਾ, ਸੂਣ ਤੋਂ ਪਹਿਲਾਂ ਉਹਨੂੰ 10 ਦਿਨ 2 ਮੁੱਠਾ ਕੁੱਟ ਲੈ, ਉਹਦੇ ਮੂੰਹ 'ਚ ਦੇ ਦੇ ਅੱਲਾ ਹੀ ਅੱਲਾ ਸ਼ਾਮ ਨੂੰ। ਉਹਨੂੰ ਜਾ ਕੋਲੋਂ ਉਹਨੇ ਜਾ ਨੂੰ ਚਟਿਆ ਨਹੀਂ ਹੁੰਦਾ, ਉਹਦੇ ਦੰਦ ਨਹੀਂ ਖੱਟੇ ਹੁੰਦੇ, ਉਹਨੂੰ ਜਾ ਕੋ ਨਫ਼ਰਤ ਹੁੰਦੀ ਹੈ, ਜੀਭ ਨਹੀਂ ਤੇ ਮਾਰਦੀ। ਜਿਸ ਮੈਂ ਜਿਹੜੀ ਜਾ ਨਹੀਂ ਨਾ ਲੈਂਦੀ ਉਹਨੂੰ 3 ਲਾਲ ਸਾਹਿਬ 10 ਦਿਨ ਪਹਿਲਾਂ ਡਾਕਟਰੀ ਰੀਜ਼ਨ, ਮੈਡੀਕਲ ਰੀਜ਼ਨ ਦੱਸ ਛੜੀ ਉਹਨਾਂ ਨੇ ਕਿ ਆਮਲਿਆਂ ਦੀ ਵਜ੍ਹਾ ਤੋਂ ਉਹਦੇ ਦੰਦ ਖੱਟੇ ਨਹੀਂ ਹੋਏ ਹੁੰਦੇ ਤੇ ਉਹ ਚੱਟਦੀ ਨਹੀਂ। ਬੜੀ ਰੀਜ਼ਨ ਮਤਲਬ ਕੋਈ ਐਸਾ ਨਹੀਂ ਹੈ ਸੂਪਈਆ ਨੇ ਚਟਿਆ ਨਹੀਂ, ਉਹਦਾ ਦੰਦ ਨਹੀਂ ਖਟਾਇਆ, ਉਹਨੂੰ 20 ਸੂਏ ਵੀ ਸੂਏ ਕਿ ਉਹਨੇ ਜਾ ਦੇ ਨੇੜੇ ਨਹੀਂ ਜਾਣਾ। ਦੇਖੋ ਨਾ ਕਿਸੇ ਬੰਦੇ ਕਿੱਥੇ ਛੁਪੇ ਰਹਿ ਜਾਂਦੇ ਨੇ। ਉਹਨੇ ਜਦੋਂ ਸੁਣਿਆ ਉਹਨੇ ਭਾਵੇਂ ਤੀਜੇ ਸੂਏ ਸੂਣ ਵਾਲੀ ਹੋਏ। ਲੋ ਜੀ, ਮੈਨੂੰ ਇਸ ਸਵਾਲ ਦਾ ਜਵਾਬ ਅੱਜ ਤੱਕ ਕਿਸੇ ਨਹੀਂ ਹਜੇ ਦਿੱਤਾ। ਉਹ ਜਿਹੜੇ ਆਮਲੇ ਨੇ ਸੁੱਕੇ, ਉਹ ਜਿੱਥੋਂ ਮਰਜ਼ੀ ਵੀ ਬੰਦਾ ਪੈਦਾ ਕਰ ਸਕਦਾ, ਮੁੱਲ ਦੀ ਵੀ ਸ਼ੈ ਲੱਭ ਸਕਦੀ ਹੈ, ਔਰ ਕਿਤੋਂ ਨਾ ਕਿਤੋਂ ਬੰਦਾ ਕੁਛ ਹੈ। ਡਾਕਟਰੀ ਦਵਾਈਆਂ ਵੀ ਤੇ ਮਈਆ ਸਟੋਰਾਂ 'ਚ ਹੋਈ ਜਾਂਦੀਆਂ ਨੇ ਜੀ ਜੀ। ਉਹਨੂੰ ਜਿਹੜਾ ਬੰਦੇ ਦੀ ਮੱਝ ਨਹੀਂ ਨਾ ਜਾ ਲੈਂਦੀ, ਭਲਾਂਦੀ ਹੈ ਜਾਂ ਚੱਤਦੀ ਨਹੀਂ ਜਾਂ ਉਹ ਝਲਦੀ ਨਹੀਂ, ਜਗਾਣਾ ਜਾਂ ਨਾ ਜਗਾਣਾ ਉਹ ਉਹਦੀ ਫਿਤਰਤ ਹੈ। ਵਰਨਾ ਚੱਟਣਾ ਜਾਂ ਨਾ ਚੱਟਣਾ ਜਾਂ ਨਾ ਲੈਣਾ ਇਹ ਵੀ ਉਹਦੀ ਫਿਤਰਤ ਹੈ ਭਾਵੇਂ। ਪਰ ਇਹ ਕਿਹੜਾ ਕੰਮ ਕੀਤਾ ਜਾਏ, ਇਹਨਾਂ ਨੂੰ ਆਮਲੇ ਕੁੱਟ ਕੇ 2 ਮੁੱਠਾ ਰੋਜ਼ਾਨਾ 8-7 ਦਿਨ ਸੌਣ ਤੋਂ ਪਹਿਲਾਂ ਉਹਨੂੰ ਦਿੱਤੇ ਜਾਣ। ਬਾਬੇ ਇੱਕ ਸਵਾਲ ਆਇਆ ਵੇ ਕਿ ਫਾਰ ਐਗਜ਼ਾਮਪਲ ਮੈਂ ਹੀ ਇੱਕ ਮੱਝ ਲਈ ਹੈ ਤੇ ਮੈਨੂੰ ਪਤਾ ਹੀ ਨਹੀਂ ਕਿ ਇਹਨੇ ਇੰਜ ਕਰਨਾ ਹੈ, ਤੇ ਬਾਅਦ 'ਚ ਨੁਸਖਾ ਲਾਇਆ ਜਾ ਸਕਦਾ ਜਾਂ ਸਿਰਫ ਪਹਿਲਾਂ ਹੀ ਲਾਣਾ? ਇਹ ਜੀ ਹੁਣ ਗੱਲ ਹੈ ਵੀ ਇਹ ਉਹਨੂੰ ਸੂਣ ਵਾਲੀ ਨੂੰ ਲਾਇਆ ਜਾਂਦਾ। ਸੂਈ ਦੀ ਉਹ ਫਿਰ ਜਿਹੜੀ ਹੈ ਨਾ ਉਹ ਸਾਰਾ ਜਿਹੜਾ ਉਹ ਕੰਮ ਮੁਕੰਮਲ ਕਰ ਗਈ ਹੁੰਦੀ ਹੈ ਕੋਰਸ ਆਪਣਾ। ਠੀਕ ਹੈ ਠੀਕ ਹੈ, ਮੈਂ ਤੈਨੂੰ ਜੰਮ ਤੇ ਫਿਰ ਅਗਲੇ ਸੂਏ ਤੇ ਫਿਰ ਲੱਗੇ, ਇਹ ਫਿਰ ਅਗਲੇ ਸੂਏ ਹੋਵੇਗਾ। ਜ਼ਿੰਦਾਬਾਦ ਜ਼ਿੰਦਾਬਾਦ। ਤੇ ਇਹ ਵੀ ਦੱਸਿਓ ਨਾ ਕਿ ਇਹਦਾ ਕੋਈ ਸਾਈਡ ਇਫੈਕਟ ਤੇ ਨਹੀਂ? ਕੋਈ, ਉਹਦਾ ਫਾਇਦਾ ਹੀ ਫਾਇਦਾ ਹੈ। ਦੁੱਧ ਵੱਧ ਦੇਗੀ, ਪੱਠੇ ਵੱਧ ਖਾਏਗੀ, ਪਾਣੀ ਵੱਧ ਪੀਏਗੀ। ਚਾਚਾ ਆਪਣਾ ਇਲਾਕਾ ਕਿਹੜਾ ਹੈ? ਇਲਾਕਾ ਸਿਆਲਕੋਟ। ਪਿੰਡ ਚਮਟ। ਨਾ ਆਪਣਾ ਕੀ ਹੈ? ਨਾਮ ਹਮਦਨਵਰ। ਕਿੰਨਾ ਕੁ ਚਿਰ ਹੋ ਗਿਆ ਡੰਗਰ ਰੱਖਿਆ? ਮੈਂ ਤਾਂ ਜੂੰ ਜੰਮਿਆ ਤੇ ਹੋਸ਼ ਸੰਭਾਲੀਏ, ਮੈਂ ਤੇ ਘਰ ਦਾ ਹੀ ਕੀਤਾ। ਮੈਂ ਤੇ ਕਿਸੇ ਦੀ ਦਿਹਾੜੀ ਨਹੀਂ ਲਈ ਜਾ ਕੇ, ਨਾ ਮੈਂ ਨੌਕਰੀ ਕੀਤੀ ਹੈ। ਵਾਹ। 7 ਸਾਲਾਂ ਦਾ ਜਦੋਂ ਮਾਲ ਵਾਹਣ ਲੱਗਾ ਤੇ ਡੰਗਰਾਂ 'ਚ ਨੰਗ ਗਈ ਹੈ। मैं तो घर दे कीता है। अस्सलाम वालेकुम जी नाज़रीन, आपको कैसी लगी वीडियो? अगर वीडियो अच्छी लगी हो तो इसको शेयर करना मत भूलिए। इंशाल्लाह वीडियो का पार्ट नंबर 3 और 4 बहुत जल्द जारी किया जाएगा। आज की वीडियो में इतना ही, इंशाल्लाह फिर मिलेंगे एक नई वीडियो के साथ। तब तक के लिए अल्लाह हाफिज़।